जिसमें अमृत ज्ञान है, मानस भगत वैराग। गुरु ग्रंथ साहिब उदद, अनुराग। श्री गुर शब्द कमाए जिन, पंच विकार। तिन संतन का बंदना, सिर चरणन परतार। एकंकारा सतगुरु, रहबर साध सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जी। जिम जिन्हो सतगुर फरमावन, तिम सुचेत धरै लाग बनावन। जिम जिन्हो सतगुर फरमावन, तिम सुचेत धरै लाग बनावन। वाहिगुरु जी का खालसा, वाहिगुरु जी की फतेह। चवर छत्र तखत ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਸੱਜ ਕੇ ਮਿਲ ਬੈਠੀ ਸੰਗਤ ਜੀ, ਤੁਸੀਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਸੱਜ ਕਰਕੇ ਇਲਾਹੀ ਜਸ ਸਰਵਣ ਕਰ ਰਹੇ ਹੋ। ਇਸ ਸਥਾਨ ਅਤੇ ਗੁਰਮਤਿ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੋਇਆ ਹੈ। ਚੱਲ ਰਹੇ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ। ਸਾਹਿਬ ਜੀ ਕਿਰਪਾ ਕਰਨ ਆਪਣੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਣੀ ਕਿਰਪਾ ਨਾਲ ਆਪ ਕਰਵਾ ਲੈਣ। ਕੱਲ੍ਹ ਦਿਆਂ ਦੀਵਾਨਾਂ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ ਸੀ ਕਿ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਰਖ ਹੋ ਰਹੀ ਹੈ ਕਿ ਗੁਰਿਆਈ ਦੀ ਜਿਹੜੀ ਗੱਦੀ ਹੈ ਕਿਸ ਨੂੰ ਮਿਲਣੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੇ ਭਾਈ ਰਾਮਾ ਜੀ ਉਹਨਾਂ ਨੂੰ ਆਖਿਆ ਇੱਕ ਥੜਾ ਬਣਾਓ, ਅਸੀਂ ਇਸ ਥੜੇ ਉੱਤੇ ਬੈਠ ਕਰਕੇ ਸਿੱਖਾਂ ਨੂੰ ਸੇਵਾ ਕਰਦਿਆਂ ਨੂੰ ਵੇਖਿਆ ਕਰਾਂਗੇ। ਸਤਿਗੁਰੂ ਸਾਹਿਬ ਜੀਆਂ ਨੇ ਆਪਣੇ ਹੱਥ ਦੇ ਵਿੱਚ ਇੱਕ ਸੋਟੀ ਫੜੀ ਆ। ਸੋਟੀ ਦੇ ਨਾਲ ਗੁਰੂ ਸਾਹਿਬ ਜੀ ਉਹਨਾਂ ਨੇ ਇੱਕ ਘੇਰਾ ਬਣਾ ਦਿੱਤਾ। ਆਖਿਆ ਰਾਮਿਆ ਇਹ ਲਕੀਰ ਦੇ ਉੱਤੇ ਉੱਤੇ ਇੱਟਾਂ ਚਿਣ ਕੇ ਲਾਉਣੀਆਂ ਆ। ਇਸੇ ਤਰੀਕੇ ਨਾਲ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇੱਕ ਥੜਾ ਬਣਾਉਣ ਦੇ ਵਾਸਤੇ ਆਖਿਆ ਗਿਆ। ਹੁਣ ਦੋਵਾਂ ਹੀ ਸਿੱਖਾਂ ਨੇ ਬੜੀ ਮਿਹਨਤ ਦੇ ਨਾਲ ਥੜੇ ਬਣਾ ਦਿੱਤੇ ਆ। ਸ਼ਾਮ ਵੇਲੇ ਗੁਰੂ ਅਮਰਦਾਸ ਮਹਾਰਾਜ ਆਏ ਸੀ। ਰਾਮੇ ਨੂੰ ਆਣ ਕੇ ਆਖਿਆ ਜਿਹੜਾ ਤੂੰ ਥੜਾ ਬਣਾਇਆ ਹੈ ਸਹੀ ਨਹੀਂ ਬਣਿਆ, ਤੇਰੀ ਜਿਹੜੀ ਕੰਧ ਹੈ ਟੇਢੀ ਬਣ ਗਈ ਆ। ਰਾਮਾ ਕਹਿਣ ਲੱਗਾ ਸਤਿਗੁਰੂ ਜੀ ਜਿਵੇਂ ਤੁਸੀਂ ਆਖਿਆ ਸੀ ਮੈਂ ਤਿਵੇਂ ਹੀ ਬਣਾਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਖਿਆ ਥੜਾ ਢਾਹ ਦੇ, ਦੋਰਤ ਬਣਾਉਣਾ ਕਰ। ਸੰਗਤ ਜੀ ਉਹ ਥੜਾ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਢਵਾ ਦਿੱਤਾ। ਫਿਰ ਸੋਟੀ ਦੇ ਨਾਲ ਇੱਕ ਨਵੀਂ ਲਕੀਰ ਖਿੱਚ ਕੇ ਗਏ ਆ। ਹੁਣ ਆਹ ਲਕੀਰ ਦੇ ਉੱਤੇ ਉੱਤੇ ਇੱਟਾਂ ਲਾਵੀਂ। ਇਹਦਾ ਰਾਮੇ ਦਾ ਥੜਾ ਢਾਹ ਕਰਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਗਏ ਆ। ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਜਾ ਕੇ ਕਹਿਣ ਲੱਗੇ ਥੜਾ ਸਹੀ ਨਹੀਂ ਬਣਿਆ। ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਹੱਥ ਜੋੜੇ, ਸਤਿਗੁਰੂ ਜੀ ਮੇਰੇ ਕੋਲੋਂ ਗਲਤੀ ਹੋ ਗਈ ਆ, ਭੁੱਲ ਹੋ ਗਈ ਆ, ਕਿਰਪਾ ਕਰਕੇ ਮੈਨੂੰ ਮੁਆਫ ਕਰੋ। ਮੈਂ ਇਹ ਥੜੇ ਨੂੰ ਢਾਹ ਦੇਣਾ ਆ ਤੇ ਤੁਸੀਂ ਮੈਨੂੰ ਨਵੀਂ ਲਕੀਰ ਬਣਾ ਕੇ ਦੇ ਦਿਓ ਤੇ ਮੈਂ ਉਸ ਤਰੀਕੇ ਨਾਲ ਬਣਾ ਲਵਾਂਗਾ। ਇਹ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਹਿੰਦੇ ਦੋਵੇਂ ਥੜੇ ਢਵਾ ਦਿੱਤੇ ਆ। ਪਰ ਰਾਮੇ ਦੇ ਮਨ ਵਿੱਚ ਆ ਕਿ ਮੈਂ ਥੜਾ ਸਹੀ ਬਣਾਇਆ ਸੀ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਲੱਗਦਾ ਮੇਰੇ ਕੋਲੋਂ ਗਲਤੀ ਹੋ ਗਈ ਹੋਣੀ, ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਮੇਰਾ ਜਿਹੜਾ ਥੜਾ ਹੈ ਉਹ ਢਵਾ ਦਿੱਤਾ ਆ। ਇਹਨਾਂ ਦੋਵਾਂ ਸਿੱਖਾਂ ਦੀ ਸੰਗਤ ਜੀ ਪਰਖ ਹੋ ਰਹੀ ਆ। ਕੱਲ੍ਹ ਦਿਆਂ ਦੀਵਾਨਾਂ ਵਿੱਚ ਆਪ ਜੀਆਂ ਨੇ ਸਰਵਣ ਕੀਤੇ ਸਨ ਇਤਿਹਾਸ। ਅੱਜ ਜਿਵੇਂ ਨਵੇਂ ਥੜੇ ਬਣਾਉਣਗੇ ਫਿਰ ਸਤਿਗੁਰੂ ਜੀ ਆਉਣਗੇ, ਉਹ ਪ੍ਰਸੰਗ ਆਪਾਂ ਸਰਵਣ ਕਰਦੇ ਹਾਂ। ਆਰੰਭ ਕਰਨ ਤੋਂ ਪਹਿਲਾਂ ਝੁਕਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਸੀਸ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੰਗਤ ਜੀ ਕਹਿੰਦੇ ਜਿਵੇਂ ਦੂਸਰੀ ਵਾਰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਖਿਆ ਸੀ, ਏਕ ਸੁਚੇਤ ਹਵੈ ਲਾਗ ਬਣਾਵਨ। ਹੁਣ ਸੰਗਤ ਜੀ ਸੁਚੇਤ ਹੋ ਕੇ ਬਣਾਉਂਦੇ ਆ, ਜਾਣੀ ਕਿ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖੇ। ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੋ ਥੜੇ ਬਣਾ ਰਹੇ ਹਨ। ਭਈ ਰੀਤ ਸੋ ਜਗਲ ਸੁਧਾਰੀ। ਆਗੇ ਹਨ ਕਿ ਬੜੀ ਸੋਹਣੀ ਤਰੀਕੇ ਦੇ ਨਾਲ ਇਹ ਦੋਵੇਂ ਹੀ ਆਪਣੇ ਕੰਮ ਨੂੰ ਕਰਦੇ ਹਨ। ਬੜੇ ਸੋਹਣੇ ਤਰੀਕੇ ਨਾਲ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਥੜੇ ਬਣਾ ਰਹੇ ਹਨ। ਅੰਕ ਏਕ ਕਾ ਸੁੰਦਰ ਸਾਰੀ। ਆਂਦੇ ਹਨ ਕਿ ਜਿਹੜੀਆਂ ਇੱਟਾਂ ਹਨ ਉਹ ਬੜੀਆਂ ਸੋਹਣੀਆਂ ਪੱਕੀਆਂ ਹੋਈਆਂ ਹਨ ਤੇ ਜਿਹੜਾ ਗਾਰਾ ਹੈ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਮਿਲਾਇਆ ਹੋਇਆ ਆ। ਗਾਰਾ ਅਤੇ ਇੱਟਾਂ ਬੜੇ ਸੋਹਣੇ ਤਰੀਕੇ ਦੇ ਨਾਲ ਲਾ ਰਹੇ ਹਨ। ਸ਼੍ਰੀ ਗੁਰੂ ਜਾਣਿਓ ਸਾਹਿਬ ਕਾਲ। ਹੁਣ ਸੰਗਤ ਜੀ ਸਾਰਾ ਦਿਨ ਦੋਵਾਂ ਸਿੱਖਾਂ ਨੇ ਮਿਹਨਤ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜਾਣਿਆ ਕਿ ਹੁਣ ਸ਼ਾਮ ਦਾ ਵੇਲਾ ਹੋ ਗਿਆ ਹੈ। ਚਲੇ ਪਾਵਲੀ ਦਿਸ਼ਾ ਕਿਰਪਾਲ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਚਿਆ ਚਲੋ ਬੌੜੀ ਸਾਹਿਬ ਵੱਲ ਜਾ ਕੇ ਗੇੜਾ ਮਾਰਦੇ ਆ। ਥੜੇ ਬਣਾ ਰਹੇ ਆ ਦੋ ਸਿੱਖ, ਦੇਖਦੇ ਆ ਕੈਸੇ ਥੜੇ ਬਣੇ ਹਨ। ਪ੍ਰਥਮ ਜਮਰਾ ਮੈਨੇ ਕਰੀ। ਸਭ ਤੋਂ ਪਹਿਲਾਂ ਭਾਈ ਰਾਮਾ ਜੀ ਦੇ ਕੋਲ ਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਦਿਨ ਆਏ ਹਨ। ਆਣ ਬਿਲੋਕਨ ਕੀ ਨਸ ਖਰੀ। ਸੰਗਤ ਜੀ ਆਣ ਕਰਕੇ ਕਹਿੰਦੇ ਭਾਈ ਰਾਮਾ ਜੀ ਹੁਣਾਂ ਦੇ ਲਾਗੇ ਗੁਰੂ ਅਮਰਦਾਸ ਮਹਾਰਾਜ ਜੀ ਖਲੋ ਗਏ ਹਨ। ਕਹਿਓ ਨਾਹੀ ਇਨ ਕਰੀ ਨਾ ਆਛੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਾਮਿਆ ਜਿਹੜਾ ਤੂੰ ਅੱਜ ਥੜਾ ਬਣਾਇਆ ਇਹ ਵੀ ਚੰਗਾ ਨਹੀਂ ਬਣਿਆ। ਤਥਾ ਬਣੀ ਨਾ ਜਥਾ ਮਨ ਵਾਚੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੈਸਾ ਥੜਾ ਸਾਨੂੰ ਚਾਹੀਦਾ ਆ ਤੈਸਾ ਥੜਾ ਤੇਰੇ ਕੋਲੋਂ ਬਣਿਆ ਨਹੀਂ ਹੈ। ਕਰੋ ਵਿਦਾਰਨ ਫੇਰ ਬਣਾਵਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਾਮਿਆ ਢਾ ਦੇ, ਅੱਜ ਤੂੰ ਦੂਸਰੇ ਦਿਨ ਥੜਾ ਬਣਾਇਆ ਪਰ ਇਹ ਵੀ ਸਹੀ ਨਹੀਂ ਬਣਿਆ, ਇਸ ਨੂੰ ਢਾ ਕਰਕੇ ਫੇਰ ਬਣਾਉਣਾ ਕਰ। ਤਥਾ ਬਣੀ ਨਾ ਜਥਾ ਮਨ ਵਾਚੀ। ਆਂਦੇ ਕਿ ਉਸ ਤਰੀਕੇ ਨਾਲ ਨਹੀਂ ਬਣੇ ਜਿਸ ਤਰੀਕੇ ਨਾਲ ਅਸੀਂ ਤੇਰੇ ਕੋਲੋਂ ਮੰਗ ਕੀਤੀ ਸੀ ਥੜੇ ਦੀ। ਬਿਨ ਮਤ ਦੇਸ਼ਮ ਬਾਦ ਕਰਾਵਾ। ਸਤਿਗੁਰੂ ਜੀ ਕਹਿੰਦੇ ਬਿਨਾਂ ਗੱਲ ਤੋਂ ਹੀ ਤੂੰ ਆਪਣੀ ਜਿਹੜੀ ਮਿਹਨਤ ਹੈ ਖਰਾਬ ਕਰ ਲਈ ਆ। ਉੱਥੇ ਜੇ ਧਿਆਨ ਰੱਖ ਕੇ ਥੜਾ ਬਣਾਇਆ ਹੁੰਦਾ ਤੇ ਸਾਨੂੰ ਅੱਜ ਆਹ ਗੱਲ ਨਹੀਂ ਸੀ ਕਹਿਣੀ ਪੈਣੀ ਜਿਹੜੀ ਤੂੰ ਸਾਰਾ ਦਿਨ ਮਿਹਨਤ ਕੀਤੀ ਹੈ ਬੇਕਾਰ ਚਲੀ ਗਈ ਹੈ। ਸੁਣ ਰਾਮੇ ਨਿਜ ਹਿਰਦੇ ਵਿਚਾਰਾ। ਇਹ ਗੱਲ ਸੁਣ ਕੇ ਭਾਈ ਰਾਮਾ ਜੀ ਹੁਣੀ ਆਪਣੇ ਹਿਰਦੇ ਵਿੱਚ ਵਿਚਾਰ ਕਰਨ ਲੱਗੇ। ਮੈਂ ਨੀਕੇ ਥਲ ਥਈ ਸੁਧਾਰਾ। ਰਾਮਾ ਮਨ ਵਿੱਚ ਸੋਚਦਾ ਕਿ ਜਿਹੜਾ ਥੜਾ ਆ ਇਹ ਮੈਂ ਸੋਹਣੇ ਤਰੀਕੇ ਦੇ ਨਾਲ ਬਣਾਇਆ ਹੈ, ਥੜਾ ਬਹੁਤ ਸੋਹਣਾ ਬਣਿਆ ਹੈ। ਕਹਿਣ ਲਗਿਓ ਮੈਂ ਤਥਾ ਬਣਾਈ। ਫਿਰ ਸੰਗਤ ਜੀ ਨੇ ਆਪਣੇ ਮਨ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਤੀ। ਕਹਿੰਦਾ ਸਤਿਗੁਰੂ ਜੀ ਮੈਂ ਤੇ ਥੜਾ ਉਵੇਂ ਹੀ ਬਣਾਇਆ ਜਿਵੇਂ ਤੁਸੀਂ ਕਹਿ ਕੇ ਗਏ ਸੀ, ਮੈਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆਉਂਦਾ। ਜਿਸ ਵਿਦ ਤੁਮਨੇ ਦੀਨ ਬਤਾਈ। ਜਿੱਦਾਂ ਜਿੱਦਾਂ ਤੁਸੀਂ ਦੱਸ ਕੇ ਗਏ ਸੀ, ਜਿਹੜੀ ਲਕੀਰ ਖਿੱਚ ਕੇ ਗਏ ਸੀ ਵੇਖ ਲਓ ਮੈਂ ਤੇ ਲਕੀਰ ਦੇ ਉੱਤੇ ਹੀ ਇੱਟਾਂ ਲਾਈਆਂ ਹਨ। ਬਣੇ ਰੁਚਿਰ ਬੈਠ ਕੇ ਹੋਏ ਜੋਗ। ਰਾਮਾ ਕਹਿੰਦਾ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਬੈਠਣ ਲਾਇਕ ਆ ਥੜਾ, ਕਿਰਪਾ ਕਰਕੇ ਇਸੇ ਥੜੇ ਉੱਤੇ ਬੈਠੋ। ਦੇਖਤ ਕਰੇ ਸਰਾਹਿਣ ਲੋਗ। ਹੁਣ ਸੰਗਤ ਜੀ ਕਹਿੰਦੇ ਕਿ ਇਹ ਗੱਲਾਂ ਜਦੋਂ ਕਰ ਰਹੇ ਸੀ ਨਾ ਭਾਈ ਰਾਮਾ ਜੀ, ਉਸ ਸਮੇਂ ਸਾਰੇ ਹੀ ਜਿਹੜੇ ਸਿੱਖ ਉਹ ਵੇਖ ਰਹੇ ਸੀ, ਗੱਲਾਂ ਨੂੰ ਸੁਣ ਰਹੇ ਸੀ। ਮੈਂ ਕੈਸੇ ਕਰਦੀ ਹੋ ਢਹਾਈ। ਕਹਿੰਦਾ ਸਤਿਗੁਰੂ ਜੀ ਸਾਰੀ ਸੰਗਤ ਨੂੰ ਪੁੱਛ ਲਓ ਸੋਹਣਾ ਥੜਾ ਬਣਾਇਆ, ਮੈਂ ਆਪਣੀ 2 ਦਿਨ ਦੀ ਮਿਹਨਤ ਲਾ ਦਿੱਤੀ ਆ, ਹੁਣ ਮੈਂ ਇਸ ਨੂੰ ਕਿਵੇਂ ਢਾਵਾਂ, ਜਾਣੀ ਕਿ ਮੈਂ ਇਹ ਥੜਾ ਨਹੀਂ ਢਾ ਸਕਦਾ। ਇਸ ਤੇ ਆਸ਼ੀ ਕਿਆ ਬਣ ਜਾਈ। ਕਹਿੰਦਾ ਸਤਿਗੁਰੂ ਜੀ ਮੇਰੇ ਤੋਂ ਇਸ ਥੜੇ ਤੋਂ ਵਧੀਆ ਥੜਾ ਨਹੀਂ ਬਣਨਾ। ਤੁਸੀਂ ਕੱਲ ਆਏ ਸੀ, ਕੱਲ ਕਿਹਾ ਕਿ ਕੰਧ ਟੇਢੀ ਆ, ਤੁਸੀਂ ਢਵਾ ਦਿੱਤਾ, ਪਰ ਅੱਜ ਮੈਂ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖ ਕੇ ਥੜਾ ਬਣਾਇਆ ਆ। ਰਾਮਾ ਕਹਿੰਦਾ ਇਸ ਤੋਂ ਵਧੀਆ ਥੜਾ ਮੇਰੇ ਕੋਲੋਂ ਨਹੀਂ ਬਣਨਾ। ਤਬ ਸਤਿਗੁਰ ਨੇ ਦਈ ਫਿਰ ਢਹਾਏ। ਪਰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇੱਕ ਨਹੀਂ ਸੁਣੀ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਰਾਮਿਆ ਨਹੀਂ ਬਣਿਆ ਤੇਰੇ ਕੋਲੋਂ ਸਹੀ ਥੜਾ, ਇੱਕ ਵਾਰੀ ਯਤਨ ਕਰ, ਇੱਕ ਮੌਕਾ ਹੋਰ ਦਿੰਨੇ ਆ। ਸਤਿਗੁਰਾਂ ਨੇ ਇਹ ਗੱਲ ਕਹਿ ਕੇ ਥੜਾ ਫੇਰ ਢਵਾ ਦਿੱਤਾ। ਕਰੀ ਪਾਰ ਹੁਣ ਹਰੇ ਬਤਾਏ। ਫੇਰ ਸਤਿਗੁਰੂ ਸਾਹਿਬ ਜੀ ਨੇ ਆਖਿਆ ਕਿ ਹੁਣ ਤੈਨੂੰ ਅਸੀਂ ਤੀਜੀ ਵਾਰ ਦੱਸ ਕੇ ਚੱਲੇ ਰਾਮਿਆ, ਹੁਣ ਥੜਾ ਚੰਗੇ ਤਰੀਕੇ ਨਾਲ ਤੂੰ ਬਣਾ ਕੇ ਰਵੇਂ। ਇਸ ਪ੍ਰਕਾਰ ਕੀ ਜਿਵੇਂ ਸ਼ਬਦ ਹਰੀ।
ਸਤਿਗੁਰੂ ਸਾਹਿਬ ਜੀਆਂ ਨੇ ਉਹ ਸੋਟੀ ਨਾਲ ਫੇਰ ਇੱਕ ਲਕੀਰ ਖਿੱਚਤੀ। ਰਾਮਿਆ ਇਹ ਲਕੀਰ ਉੱਤੇ ਹੁਣ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖ ਕੇ ਥੜਾ ਬਣਾਵੇ। ਸੁਰਤ ਸੰਭਾਲੋ ਗੁਰਮਤਿ ਧਰੀ। ਸਤਿਗੁਰੂ ਜੀ ਕਹਿੰਦੇ ਕਿ ਆਪਣੀ ਅਕਲ ਦੇ ਨਾਲ ਸੁਰਤ ਸੰਭਾਲ ਕੇ ਹੋਸ਼ ਦੇ ਵਿੱਚ ਆ ਕੇ ਥੜਾ ਬਣਾਵੀਂ, ਕੋਈ ਗਲਤੀ ਨਾ ਕਰੀ ਇਸ ਵਾਰ। ਰਾਮਦਾਸ ਕੀ ਲਿਖ ਚਲ ਗਏ। ਗੁਰੂ ਅਮਰਦਾਸ ਮਹਾਰਾਜ ਜੀ ਭਾਈ ਰਾਮਾ ਜੀ ਹੁਣਾਂ ਦਾ ਥੜਾ ਦੂਜੇ ਦਿਨ ਢਵਾ ਕੇ ਤੇ ਹੁਣ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਗਏ ਹਨ। ਹੀਰ ਹਰੀ ਕੋ ਉਚਰਤ ਭਏ। ਥੜੇ ਨੂੰ ਵੇਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਕਹਿਣ ਲੱਗੇ, ਇਹ ਤੈਰੀ ਕੀ ਨਹੀਂ ਬਣਾਈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਾਮਦਾਸ ਤੇਰੇ ਕੋਲੋਂ ਵੀ ਥੜਾ ਸਹੀ ਨਹੀਂ ਬਣਿਆ। ਜੈਸਾ ਥੜਾ ਅਸੀਂ ਮੰਗਦੇ ਸੀ ਤੈਸਾ ਥੜਾ ਤੇਰੇ ਕੋਲੋਂ ਵੀ ਅੱਜ ਬਣਿਆ ਨਹੀਂ ਹੈ। ਬੈਠਬ ਕਾਰਨ ਹਮ ਹੋ ਨਾ ਭਾਈ। ਕਹਿੰਦੇ ਕਿ ਜੈਸਾ ਥੜੇ ਉੱਤੇ ਅਸੀਂ ਬੈਠਣਾ ਚਾਹੁੰਦੇ ਸੀ ਤੈਸਾ ਥੜਾ ਤੇਰੇ ਕੋਲੋਂ ਨਹੀਂ ਬਣਿਆ। ਤੈਨੂੰ ਅੱਜ ਦੂਜੇ ਦਿਨ ਅਸੀਂ ਦੱਸ ਕੇ ਗਏ ਸੀ ਪਰ ਥੜਾ ਤੇਰੇ ਕੋਲੋਂ ਵੀ ਨਹੀਂ ਬਣਿਆ ਤੇ ਰਾਮੇ ਕੋਲੋਂ ਵੀ ਨਹੀਂ ਬਣਿਆ। ਕਰੋ ਬਿਦਾਰਨ ਰੱਖੋ ਨਾਹੀ। ਸਤਿਗੁਰੂ ਜੀ ਕਹਿੰਦੇ ਇਹਨੂੰ ਢਾ ਦੇ, ਨਵਾਂ ਥੜਾ ਬਣਾਉਣਾ ਕਰ। ਪਹਿਲਾਂ ਰਾਮੇ ਨੂੰ ਗਿਆ ਸੀ, ਹੁਣ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਉਹੀ ਗੱਲ ਆਖੀ ਹੈ। ਕਹਿਓ ਨਾ ਲਗਿਓ ਤੁਮ ਹੋ ਮਨ ਮਾਹੀ। ਸਤਿਗੁਰੂ ਜੀ ਕਹਿੰਦੇ ਮੈਂ ਤੈਨੂੰ ਦੋ ਵਾਰੀ ਕਹਿ ਦਿੱਤਾ ਕਿ ਥੜਾ ਕਿਵੇਂ ਬਣਾਉਣਾ ਹੈ, ਪਰ ਤੈਨੂੰ ਥੜਾ ਬਣਾਉਣ ਦੀ ਜਾਚ ਹੀ ਨਹੀਂ ਆ ਰਹੀ। ਆਪਣੀ ਸੁਰਤ ਸੰਭਾਲ, ਹੋਸ਼ ਦੇ ਵਿੱਚ ਆ ਕਰਕੇ ਥੜਾ ਬਣਾਉਣਾ ਕਰ, ਅਕਲ ਦੇ ਨਾਲ ਬਣਾਉਣਾ ਕਰ ਇਸ ਥੜੇ ਨੂੰ। ਸੁਨ ਸਤਿਗੁਰ ਕੇ ਬਾਣੀ ਸੁਣ। ਹੁਣ ਸੰਗਤ ਜੀ ਕਹਿੰਦੇ ਕਿ ਇਹ ਗੱਲਾਂ ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸੁਣੀਆਂ ਹਨ, ਧਾਨ ਕਰੀ ਧਰੇ ਮੁਖ ਮੋਹਨ। ਸੰਗਤ ਜੀ ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਥੜਾ ਢਾਤਾ ਆਪੇ। ਥੜਾ ਢਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਚੁੱਪ ਕਰਕੇ ਖਲੋਤੇ ਰਹੇ ਹਨ, ਕੁਝ ਬੋਲੇ ਨਹੀਂ ਹਨ। ਉਰ ਪੈ ਕਰਕੇ ਬੋਲਿਓ ਫਿਰ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਡਰਦਿਆਂ ਨੇ ਬਹੁਤ ਹੀ ਡਰ ਦੇ ਨਾਲ ਇੱਕ ਗੱਲ ਆਖੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ। ਤਮਰੀ ਮਤੀ ਅਗਾਧ ਬੜੇਰ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਜਿਹੜੀ ਮੱਤ ਆ ਨਾ ਬੜੀ ਵੱਡੀ ਹੈ, ਬਹੁਤ ਹੀ ਉੱਚੇ ਮਨੁੱਖ ਹੋ ਤੁਸੀਂ। ਹਮ ਮਤ ਬੰਦ ਸਕੇ ਨਹੀਂ ਜਾਣ। ਪਰ ਸਤਿਗੁਰੂ ਜੀ ਸਾਡੀ ਮੱਤ ਬਹੁਤ ਹੀ ਛੋਟੀ ਆ। ਜੈਸਾ ਥੜਾ ਤੁਸੀਂ ਕਹਿੰਦੇ ਹੋ ਤੈਸਾ ਥੜਾ ਸਾਡੇ ਕੋਲ ਬਣਾਇਆ ਨਹੀਂ ਜਾ ਰਿਹਾ। ਲਓ ਕਿਰਪਾ ਤੁਮ ਕਰੋ ਮਹਾਨ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿਰਪਾ ਕਰੋ, ਜੇ ਕਿਰਪਾ ਕਰੋਗੇ ਤੇ ਮੈਂ ਵੈਸਾ ਥੜਾ ਬਣਾ ਦੇਵਾਂਗਾ, ਪਰ ਸਾਡੀ ਮੱਤ ਨਹੀਂ ਆ ਜੈਸਾ ਥੜਾ ਤੁਸੀਂ ਕਹਿੰਦੇ। ਜੇ ਤੁਸੀਂ ਕਿਰਪਾ ਕਰੋਗੇ ਤਾਂ। ਬਿਸਰ ਜਾਤ ਹਮਰੀ ਮਤ ਥੋਰੀ। ਸਤਿਗੁਰੂ ਸਾਹਿਬ ਜੀ ਜਦੋਂ ਤੁਸੀਂ ਥੜਾ ਬਣਾਉਣ ਦੇ ਵਾਸਤੇ ਸਾਨੂੰ ਕਹਿੰਦੇ ਹੋ ਨਾ, ਉਦੋਂ ਸਾਨੂੰ ਭੁੱਲ ਜਾਂਦਾ ਕਿ ਅਸੀਂ ਥੜਾ ਕਿਵੇਂ ਬਣਾਉਣਾ ਆ। ਸਾਡੀ ਮੱਤ ਬੜੀ ਥੋੜੀ ਆ, ਸਾਡੀ ਅਕਲ ਕੱਚੀ ਆ, ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਥੜਾ ਕਿਵੇਂ ਬਣਾਉਣਾ ਹੈ। ਬਖਸ਼ੋ ਖਲਾ ਆਪ ਅਬ ਮੇਰ ਹੋਈ। ਸਤਿਗੁਰੂ ਸਾਹਿਬ ਜੀ ਕਿਰਪਾ ਕਰੋ ਮੇਰੀ ਭੁੱਲ ਬਖਸ਼ ਦਵੋ, ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਦੂਜੀ ਵਾਰੀ ਥੜਾ ਸਹੀ ਨਹੀਂ ਬਣਾਇਆ। ਕਿਰਪਾ ਕਰੋ ਮੈਨੂੰ ਅਕਲ ਦਵੋ, ਮੈਨੂੰ ਮੱਤ ਦਵੋ ਕਿ ਮੈਂ ਥੜਾ ਬਣਾ ਸਕਾਂ। ਜਿਸ ਪ੍ਰਕਾਰ ਕੀ ਦੇ ਹੋ ਬਤਾਏ। ਸਤਿਗੁਰੂ ਸਾਹਿਬ ਜੀ ਜਿਵੇਂ ਵੀ ਤੁਸੀਂ ਹੁਣ ਮੈਨੂੰ ਤੀਸਰੀ ਵਾਰ ਦੱਸੋਗੇ। ਇਕਰਾਵਰ ਕੇ ਅਗਲੇ ਬਣਾਏ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਤੈਸਾ ਹੀ ਥੜਾ ਬਣਾਵਾਂਗਾ। ਦੋਵਾਂ ਦੇ ਕਹਿਣ ਵਿੱਚ ਬੜਾ ਫਰਕ ਹੈ ਜੀ। ਭਾਈ ਰਾਮਾ ਜੀ ਹੁਣਾਂ ਨੇ ਕਿਹਾ ਸੀ ਮੈਂ ਤੁਸੀਂ ਜਿਹੋ ਜਿਹਾ ਥੜਾ ਕਿਹਾ ਸੀ ਮੈਂ ਉਹੋ ਜਿਹਾ ਬਣਾਇਆ ਆ, ਤੁਹਾਨੂੰ ਭੁਲੇਖਾ ਲੱਗ ਰਿਹਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਭੁਲੇਖਾ ਨਹੀਂ ਲੱਗ ਰਿਹਾ, ਤੂੰ ਥੜਾ ਨਹੀਂ ਸਹੀ ਬਣਾਇਆ। ਤੇ ਦੂਜੇ ਪਾਸੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪ ਹੀ ਥੜਾ ਢਾ ਦਿੱਤਾ। ਸਤਿਗੁਰੂ ਜੀ ਤੁਹਾਨੂੰ ਪਸੰਦ ਨਹੀਂ ਆਇਆ ਤੇ ਸਤਿਗੁਰੂ ਜੀ ਫਿਰ ਮੇਰੀ ਮੱਤ ਕੱਚੀ ਆ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਥੜਾ ਕਿਵੇਂ ਬਣਾਉਣਾ, ਮੇਰੇ ਕੋਲ ਇੰਨੀ ਬੁੱਧੀ ਨਹੀਂ। ਕਿਰਪਾ ਕਰੋ, ਕਿਰਪਾ ਕਰ ਦੇਵੋਗੇ ਤਾਂ ਮੈਂ ਥੜਾ ਬਣਾ ਦੇਵਾਂਗਾ। ਸੰਗਤ ਜੀ ਦੋਵਾਂ ਦੇ ਕਹਿਣ ਵਿੱਚ ਫਰਕ ਆ। ਸਤਿਗੁਰਾਂ ਨੇ ਕਿਹਾ ਸੀ ਜਿਹਦੇ ਹਿਰਦੇ ਵਿੱਚ ਪ੍ਰੇਮ ਜ਼ਿਆਦਾ ਹੋਵੇਗਾ ਗੁਰਿਆਈ ਦਾ ਤਿਲਕ ਉਸ ਨੂੰ ਹੀ ਮਿਲੇਗਾ। ਸੁਰ ਸਤਿਗੁਰ ਨੇ ਕਰੀ ਲਕੀਰ। ਸੰਗਤ ਜੀ ਇਹ ਗੱਲ ਸੁਣ ਕੇ ਕਹਿੰਦੇ ਕਿ ਪੁਰਾਣਾ ਜਿਹੜਾ ਥੜਾ ਸੀ ਨਾ ਉਹ ਢਾ ਦਿੱਤਾ ਆ ਤੇ ਸਤਿਗੁਰੂ ਸਾਹਿਬ ਜੀਆਂ ਨੇ ਦੂਸਰੇ ਪਾਸੇ ਵੀ ਇੱਕ ਨਵੀਂ ਲਕੀਰ ਖਿੱਚ ਦਿੱਤੀ ਹੈ। ਇਸ ਬਿਦ ਕਰੋ ਧਰੀ ਕਰ ਧੀਰ। ਸਤਿਗੁਰੂ ਜੀ ਕਹਿੰਦੇ ਰਾਮਦਾਸ ਆ ਨਵੀਂ ਲਕੀਰ ਖਿੱਚ ਕੇ ਦਿੱਤੀ ਆ। ਇਸ ਲਕੀਰ ਉੱਤੇ ਹੁਣ ਚੰਗੇ ਤਰੀਕੇ ਦੇ ਨਾਲ ਥੜਾ ਬਣਾਵੇ। ਇਹ ਦੋਨ ਹੋ ਕੋ ਫੇਰ ਬਤਾਏ। ਇਹ ਸੰਗਤ ਜੀ ਕਹਿੰਦੇ ਦੋਵਾਂ ਨੂੰ, ਇੱਕ ਭਾਈ ਰਾਮਾ ਜੀ ਦੂਜੇ ਗੁਰੂ ਰਾਮਦਾਸ ਮਹਾਰਾਜ।
ਦੋਵਾਂ ਨੂੰ ਕਹਿੰਦੇ ਫੇਰ ਦੱਸ ਕੇ ਗੁਰੂ ਅਮਰਦਾਸ ਮਹਾਰਾਜ ਜੀ ਗਏ ਹਨ ਕਿ ਥੜੇ ਕਿਵੇਂ ਬਣਾਉਣੇ ਹਨ। ਹੌਲੀ ਹੌਲੀ ਗੁਰੂ ਅਮਰਦਾਸ ਮਹਾਰਾਜ ਜੀ ਵਾਪਸ ਆਪਣੇ ਘਰੇ ਚਲੇ ਗਏ ਹਨ, ਆਪਣੇ ਡੇਰੇ ਵਿੱਚ ਚਲੇ ਗਏ ਹਨ। ਭਈ ਪ੍ਰਭਾਤ ਆਏ ਹੁਣ ਸੰਗਤ ਜੀ ਰਾਤ ਬਤੀਤ ਕੀਤੀ ਆ, ਅੰਮ੍ਰਿਤ ਵੇਲਾ ਹੋਇਆ ਆ। ਅੰਮ੍ਰਿਤ ਵੇਲੇ ਫੇਰ ਦੋਵੇਂ ਆ ਗਏ ਹਨ, ਵਿੱਚ ਤੇਸੀ ਫੜੀ ਆ, ਕਈ ਫੜੀ ਆ, ਤੇ ਹੱਥ ਦੇ ਵਿੱਚ ਉਹ ਸਾਰੇ ਸਾਜ਼ ਲੈ ਕਰਕੇ, ਉਹ ਸਾਰੇ ਹੀ ਸੰਦ ਲੈ ਕਰਕੇ ਉੱਥੇ ਪਹੁੰਚ ਗਏ ਹਨ ਨਵੇਂ ਥੜੇ ਬਣਾਉਣ ਦੇ ਵਾਸਤੇ। ਹੁਣ ਸੰਗਤ ਜੀ ਕਹਿੰਦੇ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਤੀਜਾ ਦਿਨ ਆ, ਤੀਜੇ ਦਿਨ ਫੇਰ ਥੜੇ ਬਣਾਉਣ ਲੱਗੇ ਹਨ। ਫੇਰ ਕਹਿੰਦੇ ਬੜੇ ਸੋਹਣੇ ਤਰੀਕੇ ਨਾਲ ਕੱਲੀ ਕੱਲੀ ਗੱਲ ਦਾ ਧਿਆਨ ਰੱਖ ਕੇ ਦੋਵੇਂ ਸਿੱਖ ਥੜੇ ਬਣਾਉਂਦੇ ਹਨ। ਆਂਦੇ ਹਨ ਕਿ ਇੱਟਾਂ ਜਿਹੜੀਆਂ ਹਨ ਉਹਨਾਂ ਨੂੰ ਗਾਰੇ ਦੇ ਨਾਲ ਜੜ ਰਹੇ ਹਨ, ਗਾਰੇ ਦੇ ਨਾਲ ਇੱਟਾਂ ਨੂੰ ਚਿਣ ਰਹੇ ਹਨ। ਅੱਜ ਤੀਜਾ ਦਿਨ ਸਾਰਾ ਬਤੀਤ ਹੋ ਗਿਆ, ਸਾਰਾ ਦਿਨ ਲਾ ਕਰਕੇ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਤੀਸਰਾ ਥੜਾ ਤਿਆਰ ਕਰ ਦਿੱਤਾ ਹੈ। ਔਰ ਸੰਗਤ ਜੀ ਕਹਿੰਦੇ ਕਿ ਦੋਵਾਂ ਹੀ ਦਿਸ਼ਾਵਾਂ ਦੇ ਵਿੱਚ ਜਿਹੜੇ ਥੜੇ ਆ ਉਹ ਬਣ ਗਏ ਹਨ। ਅੱਜ ਤੀਜੀ ਵਾਰੀ ਤੀਜੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਦੋਵਾਂ ਸਿੱਖਾਂ ਦੇ ਕੋਲ ਆਏ ਹਨ। ਹੁਣ ਸੰਗਤ ਜੀ ਇਹਨਾਂ ਦੀ ਮਹਿਮਾ ਬੜੀ ਵੱਡੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ, ਜੇ ਆਪਾਂ ਵਰਣਨ ਕਰੀਏ ਤੇ ਕਰ ਨਹੀਂ ਸਕਦੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਬੜੀ ਹੀ ਉੱਚੀ ਮਾਤਿਆ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸਿੱਖੀ ਦੀ ਪਰਖ ਹੋ ਰਹੀ ਹੈ ਜੀ, ਗੁਰਿਆਈ ਦੀ ਪਰਖ ਹੋ ਰਹੀ ਹੈ ਕਿ ਗੱਦੀ ਕਿਸ ਨੂੰ ਮਿਲਦੀ ਹੈ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇਹਨਾਂ ਦੀ ਜਿਹੜੀ ਮਹਿਮਾ ਹੈ ਉਹ ਗਣੀ ਨਹੀਂ ਜਾਂਦੀ। ਸੰਗਤ ਜੀ ਆਂਦੇ ਹਨ ਕਿ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਹੀ ਧੀਰਜ ਧਾਰੀ ਹਨ, ਬਹੁਤ ਹੀ ਉੱਚੇ ਹਨ, ਬਹੁਤ ਹੀ ਸ੍ਰੇਸ਼ਟ ਹਨ। ਸੰਗਤ ਜੀ ਇਹਨਾਂ ਦਾ ਜਸ ਸਾਰਿਆਂ ਤੋਂ ਉੱਚਾ ਮੰਨਿਆ ਜਾਂਦਾ ਹੈ। ਕਿਹਨਾਂ ਦਾ? ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਬਹੁਤ ਹੀ ਉੱਤਮ ਹਨ, ਸ੍ਰੇਸ਼ਟ ਹਨ, ਆਪਣੇ ਸਿੱਖਾਂ ਦੀਆਂ ਪਰਖਾਂ ਪਾਉਂਦੇ ਹਨ। ਪਹਿਲਾ ਸੰਗਤ ਜੀ ਅੱਜ ਫੇਰ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਦਿਨ ਤੀਸਰੀ ਵਾਰ ਭਾਈ ਰਾਮਾ ਜੀ ਦੇ ਕੋਲ ਪਹਿਲਾਂ ਆਏ ਹਨ। ਸੰਗਤ ਜੀ ਕਹਿੰਦੇ ਖਲੋ ਕੇ ਨਾ ਤੀਜੇ ਦਿਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਥੜਾ ਵੇਖਿਆ ਹੈ। ਫਿਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਰਾਮਿਆ ਤੀਜੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਾਮਿਆ ਤੇਰੇ ਵਾਸਤੇ ਦੀ ਗੱਲ ਨਹੀਂ ਹੈ, ਅੱਜ ਤੀਜਾ ਦਿਨ ਆ ਗਿਆ, ਥੜਾ ਤੇਰੇ ਕੋਲੋਂ ਫੇਰ ਸਹੀ ਨਹੀਂ ਬਣਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਡੇ ਨਹੀਂ ਪਸੰਦ ਆਇਆ, ਜਿੱਦਾਂ ਦਾ ਥੜਾ ਅਸੀਂ ਕਹਿੰਦੇ ਸੀ ਉਦਾਂ ਦਾ ਥੜਾ ਤੇਰੇ ਕੋਲੋਂ ਅੱਜ ਤੀਜੇ ਦਿਨ ਵੀ ਨਹੀਂ ਬਣਿਆ। ਸਤਿਗੁਰੂ ਨੇ ਅੱਜ ਫਿਰ ਤੀਜੀ ਵਾਰੀ ਬਚਨ ਕਰਦੇ ਆ ਰਾਮਿਆ ਜਿੱਦਾਂ ਦਾ ਥੜਾ ਅਸੀਂ ਚਾਹੁੰਦੇ ਸੀ ਉਦਾਂ ਦਾ ਥੜਾ ਤੇਰੇ ਕੋਲੋਂ ਬਣਿਆ ਨਹੀਂ ਹੈ। ਸਤਿਗੁਰੂ ਕਹਿੰਦੇ ਬੜੀ ਵਾਰੀ ਤੈਨੂੰ ਸਮਝਾ ਕੇ ਵੇਖ ਲਿਆ, ਤੀਜਾ ਦਿਨ ਹੋ ਗਿਆ, ਕਿੰਨਾ ਤੈਨੂੰ ਸਮਝਾ ਕੇ ਜਾਣੇ ਆ ਕਿ ਥੜਾ ਕਿਵੇਂ ਬਣਾਉਣਾ ਹੈ। ਪਰ ਤੇਰੇ ਕੋਲੋਂ ਇੱਕ ਥੜਾ ਗਿਆ ਸੀ ਕਿ ਥੜਾ ਬਣਾ ਦੇ, ਉਹਦਾ ਤੂੰ ਗੋਇੰਦਵਾਲ ਸਾਹਿਬ ਦਾ ਸੇਵਾਦਾਰ ਆ, ਸਾਡਾ ਦਾਸ ਆ, ਸਾਡਾ ਸੇਵਾਦਾਰ ਆ, ਪਰ 3 ਦਿਨ ਹੋ ਗਏ ਆ ਤੇਰੇ ਕੋਲੋਂ ਇੱਕ ਥੜਾ ਨਹੀਂ ਬਣ ਰਿਹਾ। ਸੰਗਤ ਜੀ ਕਹਿੰਦੇ ਜਦੋਂ ਤੀਜੇ ਦਿਨ ਰਾਮੇ ਨੇ ਗੱਲ ਕਹੀ ਨਾ ਤੇ ਰਾਮਾ ਆਪਣੇ ਮਨ ਦੇ ਵਿੱਚ ਇੱਕ ਗੱਲ ਸੋਚਣ ਲੱਗਾ। ਕਹਿੰਦਾ ਕਾਰਨ ਕੀ ਆ? 3 ਦਿਨ ਹੋ ਗਏ ਆ ਗੁਰੂ ਅਮਰਦਾਸ ਮਹਾਰਾਜ ਜੀ ਥੜੇ ਬਣਾਏ ਜਾਂਦੇ ਆ। ਰਾਮਾ ਸੋਚਣ ਲੱਗਾ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਕਾਰਨ ਹੈ। ਸੰਗਤ ਜੀ ਉਸ ਸਮੇਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ। ਵਿਚਾਰ ਕੀ ਕੀਤੀ ਹੈ? ਰਾਮਾ ਸੋਚਣ ਲੱਗਾ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸਰੀਰ ਬੜਾ ਬਜ਼ੁਰਗ ਹੋ ਗਿਆ,
ਹੁਣ ਤੇ ਬੜੇ ਇਹ ਬਿਰਧ ਹੋ ਗਏ ਹਨ। ਗਈ ਆਰਬਨ ਬੀਤ ਬੜੇ ਇਹਨਾਂ ਦੀ ਜਿਹੜੀ ਉਮਰ ਆ ਸਾਰੀ ਬੀਤ ਗਈ ਆ, ਬੜੀ ਵੱਡੀ ਉਮਰ ਹੋ ਗਈ ਆ ਇਹਨਾਂ ਦੀ। ਕਹੀ ਹੁਨਾ ਯਾਦ ਰੱਖੇ ਉਸ ਦੇਵੀ। ਰਾਮਾ ਸੋਚਣ ਲੱਗਾ ਕਿ ਜਿੱਦਾਂ ਇਹ ਕਹਿ ਕੇ ਜਾਂਦੇ ਆ ਅਸੀਂ ਥੜਾ ਉਵੇਂ ਬਣਾਉਂਦੇ ਆ, ਪਰ ਇਹਨਾਂ ਨੂੰ ਆਪ ਭੁੱਲ ਜਾਂਦਾ ਕਿ ਮੈਂ ਥੜਾ ਕਿਵੇਂ ਕਹਿ ਕੇ ਗਿਆ ਸੀ ਬਣਾਉਣ ਦੇ ਵਾਸਤੇ। ਇਹ ਹਟ ਮਨ ਮਹਿ ਕੀਨ ਬਖਾਨ। ਸੰਗਤ ਜੀ ਕਹਿੰਦੇ ਕਿ ਇਹ ਆਪਣੇ ਮਨ ਦੇ ਵਿੱਚ ਉਹਨੇ ਜਾਣ ਲਿਆ ਰਾਮੇ ਨੇ ਤੀਜੇ ਦਿਨ ਸੋਚਿਆ ਕਿ ਅਸੀਂ ਥੜਾ ਸਹੀ ਬਣਾਉਂਦੇ ਆ, ਪਰ ਗੁਰੂ ਅਮਰਦਾਸ ਮਹਾਰਾਜ ਜੀ ਥੜਾ ਜਿਵੇਂ ਬਣਾਉਣਾ ਸੀ ਉਵੇਂ ਦੱਸ ਕੇ ਆਪ ਭੁੱਲ ਜਾਂਦੇ ਹਨ, ਕਿਉਂਕਿ ਇਹਨਾਂ ਦਾ ਸਰੀਰ ਬਜ਼ੁਰਗ ਹੋ ਗਿਆ, ਇਹਨਾਂ ਦੀ ਉਮਰ ਬਤੀਤ ਹੋ ਗਈ ਹੈ, ਹੁਣ ਇਹਨਾਂ ਨੂੰ ਕੁਝ ਯਾਦ ਨਹੀਂ ਰਹਿੰਦਾ। ਜਿਮ ਤੁਮਨੇ ਮੋਹਿ ਕਹੋ ਫਰਮਾਨ। ਇਹ ਗੱਲ ਫਿਰ ਸੰਗਤ ਜੀ ਕਹਿ ਦਿੱਤੀ ਰਾਮੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਕਹਿੰਦਾ ਗੁਰੂ ਅਮਰਦਾਸ ਮਹਾਰਾਜ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਅਸੀਂ ਤਾਂ ਉਵੇਂ ਹੀ ਥੜਾ ਬਣਾਉਂਦੇ ਹਾਂ। ਕਰੀ ਕਥਾ ਮੈਂ ਬੁੱਧ ਬਲ ਜਾ ਲਾਏ। ਸਤਿਗੁਰੂ ਸਾਹਿਬ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਅਸੀਂ ਬੁੱਧੀ ਵੀ ਲਾਉਂਦੇ ਆ ਤੇ ਬਲ ਵੀ ਲਾਉਂਦੇ ਆ। ਬੁੱਧੀ ਦੇ ਨਾਲ ਬਲ ਦੇ ਨਾਲ ਤੁਹਾਡੇ ਵਾਸਤੇ ਰੋਜ਼ ਹੀ ਥੜਾ ਬਣਾਉਂਦੇ ਹਾਂ। ਕਹਿ ਕਰ ਆਸ਼ੇ ਸੁਣ ਬਣਵਾਏ। ਸਤਿਗੁਰੂ ਸਾਹਿਬ ਜੀ ਜਿਵੇਂ ਤੁਸੀਂ ਆਖਿਆ ਸੀ ਉਵੇਂ ਹੀ ਮੈਂ ਤਾਂ ਅੱਜ ਤੀਜੇ ਦਿਨ ਸੋਹਣਾ ਥੜਾ ਬਣਾ ਦਿੱਤਾ ਸੀ। ਆਪ ਕਹੋ ਜਿਉ ਬਿਤ ਬਿਸਰੈ ਫੇਰ। ਸਤਿਗੁਰੂ ਸਾਹਿਬ ਜੀ ਤੁਸੀਂ ਕਹਿ ਕਰਕੇ ਨਾ ਤੇ ਆਪ ਹੀ ਭੁੱਲ ਜਾਂਦੇ ਹੋ। ਤੁਸੀਂ ਜਿਵੇਂ ਥੜਾ ਬਣਾਉਣ ਵਾਸਤੇ ਕਹਿੰਦੇ ਹੋ ਮੈਂ ਤਾਂ ਥੜਾ ਉਵੇਂ ਬਣਾਇਆ, 3 ਦਿਨ ਹੋ ਗਏ ਉਦਾਂ ਹੀ ਥੜਾ ਬਣਾਉਣਾ, ਪਰ ਤੁਹਾਡੀ ਉਮਰ ਜ਼ਿਆਦੀ ਹੋ ਗਈ ਆ, ਤੁਸੀਂ ਭੁੱਲ ਜਾਂਦੇ ਹੋ। ਇਸ ਮਹਿ ਦੋਸ਼ ਇਹ ਧਿਆ ਮੇਰ। ਸੰਗਤ ਜੀ ਰਾਮਾ ਕਹਿੰਦਾ ਗੁਰੂ ਅਮਰਦਾਸ ਮਹਾਰਾਜ ਮੇਰਾ ਕਾਹਦਾ ਦੋਸ਼ ਗਿਣਦੇ ਹੋ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਕਸੂਰ ਤੁਹਾਡਾ ਹੈ ਕਿ ਤੁਹਾਡੀ ਉਮਰ ਜ਼ਿਆਦੀ ਹੋ ਗਈ ਆ, ਤੁਹਾਨੂੰ ਕੋਈ ਵੀ ਗੱਲ ਹੁਣ ਯਾਦ ਨਹੀਂ ਰਹਿੰਦੀ। ਇਹ ਗੱਲ ਸੁਣ ਕੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਜੀ ਚੁੱਪ ਰਹੇ ਹਨ, ਕੁਝ ਬੋਲੇ ਨਹੀਂ ਹਨ ਰਾਮੇ ਦੇ ਨਾਲ। ਆਤਮ ਵੀਰ ਧੀਰ ਬਨ ਮਾਨੀ। ਜਿਹੜੇ ਧੀਰਜ ਧਾਰੀ ਹਨ, ਗੁਰਾਂ ਦੇ ਖਜ਼ਾਨੇ ਹਨ, ਐਸੇ ਸਾਡੇ ਬਾਪੂ ਗੁਰੂ ਅਮਰਦਾਸ ਮਹਾਰਾਜ ਜੀ ਇਸ ਰਾਮੇ ਦੀਆਂ ਗੱਲਾਂ ਨੂੰ ਸੁਣ ਕੇ ਚੁੱਪ ਕਰ ਗਏ ਹਨ। ਸ਼੍ਰੀ ਰਾਮਦਾਸ ਟਿਕ ਗਏ। ਉਥੋਂ ਚਾਲੇ ਮਾਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੂਜੀ ਦਿਸ਼ਾ ਵੱਲ ਆ ਗਏ ਆ, ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਤੀਸਰੇ ਦਿਨ ਦਾ ਨਵਾਂ ਥੜਾ ਬਣਾਇਆ ਸੀ। ਫੇਰ ਥਲੀ ਬਹੁ ਬੋਲਤ ਭਏ। ਔਰ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਥੜੇ ਨੂੰ ਵੇਖ ਕਰਕੇ ਤੀਜੇ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਬੋਲਣ ਲੱਗੇ। ਇਹ ਤੈ ਨੀਕੀ ਨਹੀਂ ਬਣਾਈ। ਕਹਿੰਦੇ ਰਾਮਦਾਸ ਤੀਜਾ ਦਿਨ ਤੇਰਾ ਵੀ ਆ ਗਿਆ, ਪਰ ਥੜਾ ਤੇਰੇ ਕੋਲੋਂ ਵੀ ਅੱਜ ਸਹੀ ਨਹੀਂ ਬਣਿਆ। ਕਈ ਵਾਰ ਬਹੁ ਮਤ ਨਹੀਂ ਆਈ। ਕਹਿੰਦੇ ਕਈ ਵਾਰ ਤੈਨੂੰ ਵੀ ਕਹਿਤਾ, ਰਾਮੇ ਨੂੰ ਵੀ ਕਹਿਤਾ, ਤੁਸੀਂ ਕਾਹਦੇ ਸੇਵਾਦਾਰ ਹੋ, ਤੁਹਾਡੇ ਕੋਲ ਤਾਂ ਇੱਕ ਥੜਾ ਨਹੀਂ ਬਣ ਰਿਹਾ। ਜਿਮ ਕਹੇ ਗਏ ਬਣੀ ਨਿਭ ਨਾਹੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਵੇਂ ਅਸੀਂ ਕਹਿਆ ਸੀ ਉਵੇਂ ਤੇਰੇ ਕੋਲੋਂ ਥੜਾ ਰਾਮਦਾਸ ਅੱਜ ਵੀ ਨਹੀਂ ਬਣਿਆ। ਸ਼ਰਮ ਬਾਗ ਕੀ ਨਸ਼ੇ ਮਾਹੀ। ਗੁਰੂ ਸਾਹਿਬ ਜੀ ਕਹਿੰਦੇ ਕਿ ਤੂੰ ਤੀਜੇ ਦਿਨ ਦੀ ਜਿਹੜੀ ਆਪਣੀ ਮਿਹਨਤ ਆ ਇਹ ਗਵਾ ਲਈ ਆ ਜਿਹੜੀ ਤੂੰ ਮਿਹਨਤ ਕੀਤੀ ਸਾਰੀ ਬੇਕਾਰ ਹੋ ਗਈ ਹੈ। ਸੁਣ ਗੁਰ ਬਾਤ ਮਨ ਨਿਜ ਜਾਣਿਓ। ਔਰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬਚਨ ਸੁਣੇ ਹਨ, ਉਦੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਆਪ ਨੂੰ ਬਹੁਤ ਹੀ ਮੰਦਾ ਜਾਣਿਆ, ਸਭ ਤੋਂ ਨੀਵਾਂ ਜਾਣਿਆ। ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਆਪ ਨੂੰ ਸਭ ਤੋਂ ਭੈੜਾ ਜਾਣਿਆ ਹੈ। ਪਇਓ ਨਮਰ ਪਾਇ ਲਪਟਾਇਓ। ਆਂਦੇ ਹਨ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੀਜੇ ਦਿਨ ਦੀ ਇਹ ਗੱਲ ਸੁਣ ਕੇ ਨਾ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨੀ ਪੈ ਗਏ ਹਨ, ਘੁੱਟ ਕੇ ਸਤਿਗੁਰੂ ਸਾਹਿਬ ਜੀਆਂ ਦੇ ਚਰਨ ਫੜ ਲਏ ਹਨ। ਹੋ ਅਜਾਨ ਮਿਤ ਭੁੱਲਣ ਹਾਰੋ। ਸਤਿਗੁਰੂ ਸਾਹਿਬ ਜੀ ਮੈਂ ਅਜਾਣ ਹਾਂ, ਮੈਨੂੰ ਨਹੀਂ ਪਤਾ ਕਿ ਕਿਵੇਂ ਥੜਾ ਬਣਨਾ ਸੀ, ਅਸੀਂ ਤਾਂ ਭੁੱਲਣ ਹਾਰੇ ਹਾਂ, ਪਰ ਤੁਸੀਂ ਹਮੇਸ਼ਾ ਹੀ ਜਾਣੀ ਜਾਣ ਹੋ, ਤੁਸੀਂ ਸਾਰਿਆਂ ਦੀ ਜਾਣਦੇ ਹੋ। ਤੁਮ ਕਿਰਪਾਲ ਨਿਜ ਬਿਰਧ ਸੰਭਾਲੋ। ਸਤਿਗੁਰੂ ਸਾਹਿਬ ਜੀ ਤੁਸੀਂ ਆਪਣਾ ਬਿਰਧ ਆਪ ਹੀ ਸੰਭਾਲਦੇ ਹੋ। 3 ਦਿਨ ਹੋ ਗਏ ਹਨ ਤੁਸੀਂ ਸਾਨੂੰ ਥੜਾ ਬਣਾਉਣ ਵਾਸਤੇ ਕਹਿੰਦੇ, ਅਸੀਂ ਗਲਤੀਆਂ ਕਰਦੇ ਹਾਂ, ਪਰ ਅਸੀਂ ਤਾਂ ਹੈ ਹੀ ਅਣਜਾਣ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਭੁੱਲਣ ਵਾਲੇ ਹਾਂ, ਸਾਨੂੰ ਨਹੀਂ ਪਤਾ ਕਿ ਕਿਵੇਂ ਥੜਾ ਬਣਨਾ ਸੀ। ਪਰ ਸਤਿਗੁਰੂ ਸਾਹਿਬ ਜੀ ਤੁਹਾਡਾ ਬੜਾ ਸ਼ੁਕਰੀਆ ਕਿ 3 ਦਿਨ ਹੋ ਗਿਆ, ਤੁਸੀਂ ਸਾਨੂੰ ਕੋਈ ਐਸੇ ਬਚਨ ਨਹੀਂ ਕਰ ਦਿੰਦੇ ਜਿਹਦੇ ਨਾਲ ਸਾਡਾ ਨਾਸ਼ ਹੋ ਜਾਵੇ। ਤੁਸੀਂ ਸਤਿਗੁਰੂ ਜੀ ਸਭ ਤੋਂ ਉੱਚੇ ਹੋ,
मैं अपने आप ਨੂੰ ਮੂਰਖ ਸਮਝਦਾ ਹਾਂ ਕਿ ਮੇਰੇ ਕੋਲੋਂ ਤੁਹਾਡੀ ਗੱਲ ਨਹੀਂ ਸਮਝੀ ਜਾਂਦੀ। बार बार बख्शत हो मोही। ਸਤਿਗੁਰੂ ਸਾਹਿਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਮੈਨੂੰ ਬਾਰ-ਬਾਰ ਬਖਸ਼ ਦਿੰਦੇ ਹੋ। ਮੇਰੀ ਭੁੱਲ ਨੂੰ, ਮੇਰੀ ਗਲਤੀ ਨੂੰ ਤੁਸੀਂ ਵਾਰੀ-ਵਾਰੀ ਬਖਸ਼ੀ ਜਾਂਦੇ ਹੋ। अपराधी अर मूर्ख मोही। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਅਪਰਾਧੀ ਹਾਂ ਤੇ ਸਤਿਗੁਰੂ ਜੀ ਅਪਰਾਧੀਆਂ ਦੇ ਨਾਲ-ਨਾਲ ਅਸੀਂ ਮੂਰਖ ਵੀ ਆ। ਸਾਡੇ ਕੋਲ ਇੰਨੀ ਬੁੱਧੀ ਨਹੀਂ ਹੈ। जेतक समत देख सो जानत। ਸਤਿਗੁਰੂ ਸਾਹਿਬ ਜੀ ਜਿਵੇਂ ਵੀ ਤੁਸੀਂ ਸਮੱਤ ਦਿੰਦੇ ਸੀ, ਜਿਵੇਂ ਵੀ ਤੁਸੀਂ ਸਮੱਤ ਸਾਨੂੰ ਦਿੰਦੇ ਹੋ, ਉਹ ਸਮੱਤ ਨੂੰ ਸਾਡੇ ਕੋਲੋਂ ਜਾਣਿਆ ਨਹੀਂ ਜਾਂਦਾ। ਸਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਹੜੀ ਮੱਤ ਦਿੱਤੀ। ਇਹ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹਨ। ਸਤਿਗੁਰੂ ਜੀ ਅਸੀਂ ਮੂਰਖ ਹਾਂ, ਅਸੀਂ ਭੁੱਲਣ ਵਾਲੇ ਹਾਂ। बिना दिए क्या बुरा मानव। ਸਤਿਗੁਰੂ ਸਾਹਿਬ ਜੀ ਤੁਹਾਡੇ ਤੋਂ ਬਗੈਰ ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਤੁਹਾਡੀ ਕਿਰਪਾ ਨਾਲ ਹੀ ਅਸੀਂ ਸਭ ਕੁਝ ਕਰਦੇ ਹਾਂ। रावण करुणा करहु बतावा। ਔਰ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਤੇ ਮੈਂ ਇਹ ਵੀ ਥੜਾ ਢਾ ਦਿੰਦਾ। ਤੁਸੀਂ ਮੈਨੂੰ ਫੇਰ ਦੱਸ ਦਿਓ, ਮੈਂ ਫੇਰ ਬਣਾ ਦੇਵਾਂਗਾ। ਪਰ ਜਿੰਨਾ ਚਿਰ ਤੁਸੀਂ ਕਿਰਪਾ ਨਹੀਂ ਕਰਦੇ ਉਹਨਾਂ ਚਿਰ ਥੜਾ ਮੇਰੇ ਕੋਲੋਂ ਵੀ ਨਹੀਂ ਬਣਨਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਸਾਰਿਆਂ ਤੋਂ ਉੱਚੇ ਹੋ, ਸਾਰਿਆਂ ਤੋਂ ਮਹਾਨ ਹੋ। ਤੁਸੀਂ ਕਿਰਪਾ ਕਰੋਗੇ ਤਾਂ ਮੈਂ ਥੜਾ ਬਣਾ ਸਕਦਾ ਹਾਂ। ਜੇ ਤੁਸੀਂ ਆਖੋ ਤਾਂ ਮੈਂ ਇਹ ਵੀ ਥੜਾ ਢਾ ਦਿੰਦਾ ਹਾਂ। नीति रीत भाव समझावा। ਸਤਿਗੁਰੂ ਸਾਹਿਬ ਜੀ ਤੁਸੀਂ ਅੱਜ ਫੇਰ ਮੈਨੂੰ ਸਮਝਾ ਕੇ ਚਲੇ ਜਾਵੋ, ਕਿਰਪਾ ਕਰੋ। ਅੱਜ ਤੀਜਾ ਮੌਕਾ ਦੇ ਦਿਓ, ਮੈਂ ਥੜਾ ਫੇਰ ਬਣਾ ਦਵਾਂਗਾ। 3 ਮੌਕੇ ਤੱਕ ਜਿੰਨੀ ਵੀ ਵਾਰੀ ਤੁਸੀਂ ਆਖੋਗੇ ਉਨੀ ਵਾਰੀ ਮੈਂ ਥੜਾ ਬਣਾਉਣ ਦੇ ਵਾਸਤੇ ਤਿਆਰ ਹਾਂ। ਤੁਹਾਡੇ ਬਚਨ ਮੰਨਣੇ ਮੈਨੂੰ ਬੜੇ ਸੋਹਣੇ ਲੱਗਦੇ ਆ, ਪਰ ਮੈਨੂੰ ਆਪਣੇ ਆਪ ਤੇ ਬਹੁਤ ਹੀ ਸ਼ਰਮ ਆਉਂਦੀ ਆ ਕਿ ਮੈਂ ਤੁਹਾਡੇ ਬਚਨਾਂ ਨੂੰ ਸਮਝ ਨਹੀਂ ਪਾ ਰਿਹਾ। मैं मत मंद अभाग विचारा। ਸਤਿਗੁਰੂ ਸਾਹਿਬ ਜੀ ਮੈਂ ਮੰਦੀ ਮਤ ਵਾਲਾ ਹਾਂ। ਮੈਂ ਭਾਗਾਂ ਤੋਂ ਬਗੈਰ ਹਾਂ, ਭਾਗਾਂ ਤੋਂ ਹੀਣਾ ਹਾਂ। ਮੇਰੇ ਭਾਗ ਚੰਗੇ ਨਹੀਂ ਹਨ ਜੋ ਤੁਹਾਡੀ ਸੇਵਾ ਮੇਰੇ ਕੋਲੋਂ ਨਿਭਾਈ ਨਹੀਂ ਜਾ ਰਹੀ। जान सकियो नहीं कहियो तुम्हारा। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਮੇਰੇ ਕੋਲੋਂ ਤੁਹਾਡੀ ਕਹੀ ਹੋਈ ਗੱਲ ਜਾਣੀ ਨਹੀਂ ਜਾ ਰਹੀ, ਸਮਝੀ ਨਹੀਂ ਜਾ ਰਹੀ। ਕਿਰਪਾ ਕਰੋ। एम कहे घर में अंजर डारा। ਸੰਗਤ ਜੀ ਆਂਦੇ ਹਨ ਕਿ ਇਸ ਤਰੀਕੇ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਦੋਂ ਬੇਨਤੀ ਕੀਤੀ ਨਾ ਤੇ ਹੱਥ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੇ ਉਹ ਤੇਸੀ ਤੇ ਕਾਂਡੀ ਫੜੀ ਸੀ। ਸਤਿਗੁਰੂ ਸਾਹਿਬ ਜੀਆਂ ਨੇ ਉਹ ਤੇਸੀ ਤੇ ਕਾਂਡੀ ਛੱਡ ਕੇ ਪਹਿਲਾਂ ਸਤਿਗੁਰਾਂ ਦੇ ਚਰਨ ਫੜ ਲਏ। ਚਰਨ ਫੜਨ ਤੋਂ ਬਾਅਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੇ ਗਲੇ ਦੇ ਵਿੱਚ ਇੱਕ ਹਜੂਰੀਆ ਪਾਇਆ ਹੈ। सिमहो प्रभु अपराध हमारा। ਸੀਸ ਝੁਕਾ ਕੇ ਅੱਖਾਂ ਨੀਵੀਆਂ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਕੇ ਮੇਰੀ ਅੱਜ ਦੀ ਭੁੱਲ ਵੀ ਬਖਸ਼ ਦਵੋ। सिख समीप सभी सुन करके। ਔਰ ਸੰਗਤ ਜੀ ਜਿਹੜੇ ਸਿੱਖ ਸੀ, ਉਹ ਜਿਹੜੇ ਨਾਲ ਦੇ ਸਿੱਖ ਸੀ, ਸਾਰੇ ਹੀ ਗੱਲਾਂ ਨੂੰ ਸੁਣ ਰਹੇ ਹਨ। हर के सिद्धि रीत विचर के। ਖੁਸ਼ ਹੋ ਗਏ ਹਨ ਸਿੱਖ। ਪਤਾ ਲੱਗ ਗਿਆ ਗੁਰਿਆਈ ਕਿਹਨੂੰ ਮਿਲਦੀ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਸਿੱਖੀ ਦੀ ਪਰਖ ਹੋਵੇਗੀ, ਗੁਰਿਆਈ ਦੀ ਗੱਦੀ ਦੀ ਪਰਖ ਹੋਵੇਗੀ। ਜਿਹੜਾ ਗੱਦੀ ਦੇ ਵਿੱਚ ਪਾਸ ਹੋ ਜਾਵੇਗਾ, ਜਿਹਦੇ ਮਨ ਵਿੱਚ ਸਾਡੇ ਪ੍ਰਤੀ ਪ੍ਰੇਮ ਹੋਵੇਗਾ, ਉਸ ਨੂੰ ਗੁਰਿਆਈ ਮਿਲੇਗੀ। ਸਿੱਖਾਂ ਨੇ ਭਾਈ ਰਾਮਾ ਦੀਆਂ ਗੱਲਾਂ ਵੀ ਸੁਣੀਆਂ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵੀ ਸੁਣੀਆਂ ਆ। ਗੱਲਾਂ ਸੁਣ ਕੇ ਜਿਹੜੇ ਸਾਰੇ ਸਿੱਖ ਸਨ ਉਹ ਬਹੁਤ ਖੁਸ਼ ਹੋਏ ਹਨ। परम प्रसन्न भये गुर पूरे। ਗੁਰੂ ਰਾਮਦਾਸ ਮਹਾਰਾਜ ਜੀਆਂ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਖੁਸ਼ ਹੋ ਗਏ ਹਨ। गुरता उचित लखे गुण रूरे। ਔਰ ਸਤਿਗੁਰੂ ਸਾਹਿਬ ਜੀਆਂ ਨੇ ਇਹ ਗੱਲ ਕਹਿ ਦਿੱਤੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ, ਸਾਰੇ ਸਿੱਖਾਂ ਨੂੰ ਕਹਿ ਦਿੱਤੀ, ਸਿੱਖੋ ਸਾਡੀ ਗੁਰਿਆਈ ਦੀ ਗੱਦੀ ਦਾ ਵਾਰਿਸ, ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਚੌਥੇ ਨੰਬਰ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਹੋਣਗੇ। ਸਭਨ ਸੁਨਾਵਤ ਬਾਗ ਅਲਾਵਨੇ। ਸੰਗਤ ਜੀ ਸਾਰਿਆਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਗੱਲ ਕਹੀ। ਨਾਲ ਦੀ ਨਾਲ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਹਿੰਦੇ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨ ਫੜੇ ਸੀ ਨਾ, ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਆਪਣੇ ਚਰਨਾਂ ਤੋਂ ਚੁੱਕ ਕੇ ਗਲੇ ਦੇ ਨਾਲ ਲਾਇਆ ਸੀ।
ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਰਾਮਦਾਸ ਤਿੰਨਾਂ ਦਿਨਾਂ ਦੇ ਵਿੱਚ ਸਾਡੇ ਬਹਿਣ ਦੇ ਵਾਸਤੇ ਥੜੇ ਨਹੀਂ, ਤੂੰ ਗੁਰਿਆਈ ਦਾ ਥੜਾ ਬਣਾ ਲਿਆ ਹੈ। ਇਸ ਥੜੇ ਉੱਤੇ ਬੈਠ ਕਰਕੇ ਤੂੰ ਸਿੱਖਾਂ ਦਾ ਉਧਾਰ ਕਰੇਗਾ। ਤੂੰ ਸਾਡੇ ਵਾਸਤੇ ਤਿੰਨਾਂ ਦਿਨਾਂ ਵਿੱਚ ਆ ਥੜੇ ਨਹੀਂ ਤਿਆਰ ਕੀਤੇ, ਤੂੰ ਆਪਣਾ ਅੱਜ ਇੱਕ ਸਿੰਘਾਸਨ ਰਚ ਲਿਆ ਆ, ਇੱਕ ਆਪਣੀ ਗੱਦੀ ਰਚ ਲਈ ਆ, ਆਪਣੀ ਇੱਕ ਐਸੀ ਤੂੰ ਪਦਵੀ ਬਣਾ ਲਈ ਆ ਜਿਸ ਪਦਵੀ ਉੱਤੇ ਬੈਠ ਕਰਕੇ ਤੂੰ ਸਿੱਖਾਂ ਦਾ ਉਧਾਰ ਕਰਿਆ ਕਰੇਗਾ। ਸਾਡੇ ਤੋਂ ਬਾਅਦ ਗੁਰਿਆਈ ਤੈਨੂੰ ਅਸੀਂ ਦੇਵਾਂਗੇ। ਇਹ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੇ ਲਾਗੇ ਖੜੇ ਹੋ ਕਰਕੇ ਸਾਰੇ ਸਿੱਖਾਂ ਦੇ ਵਿੱਚ ਆਖੀ ਹੈ। ਇਸ ਦੀ ਸੇਵਾ ਹੋ ਮਨ ਭਾਵਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਿੱਖੋ ਰਾਮਦਾਸ ਦੀ ਕੀਤੀ ਹੋਈ ਸੇਵਾ ਮੇਰੇ ਮਨ ਵਿੱਚ ਚੰਗੀ ਲੱਗੀ ਹੈ। ਆਪਾ ਕਬੋ ਨਾ ਕਰੇ ਜਨਾਬ। ਕਿਉਂਕਿ ਰਾਮਦਾਸ ਨੇ ਕਦੀ ਆਪ ਨਹੀਂ ਜਨਾਇਆ, ਕਦੀ ਨਹੀਂ ਆਖਿਆ ਕਿ ਮੈਂ ਉੱਚਾ ਹਾਂ, ਮੇਰੀ ਸੇਵਾ ਜ਼ਿਆਦੀ ਹੈ, ਮੈਂ ਥੜੇ ਸਹੀ ਬਣਾਉਣਾ ਹਾਂ। ਆਪਣੇ ਆਪ ਨੂੰ ਰਾਮਦਾਸ ਨੇ ਹਮੇਸ਼ਾ ਨੀਵਾਂ ਦੱਸਿਆ ਹੈ। ਇਸ ਕਰਕੇ ਰਾਮਦਾਸ ਦੀ ਸੇਵਾ ਸਾਡੇ ਮਨ ਦੇ ਵਿੱਚ ਬੜੀ ਚੰਗੀ ਲੱਗਦੀ ਹੈ। ਨਿਸਤਰ ਪ੍ਰੇਮ ਭਗਤ ਮਹਿ ਪਾਵਨ। ਸਤਿਗੁਰੂ ਜੀ ਕਹਿਣ ਲੱਗੇ ਕਿ ਦਿਨ ਰਾਤ ਸਾਡਾ ਇਹ ਸਿੱਖ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ। ਸੁਣ ਸਭ ਸਿੱਖਣ ਸੰਸਹਿ ਹੋਵਾ। ਇਹ ਗੱਲਾਂ ਸੁਣ ਕੇ ਸਿੱਖਾਂ ਦੇ ਮਨ ਦੀਆਂ ਸ਼ੰਕਾਵਾਂ ਦੂਰ ਹੋ ਗਈਆਂ, ਕਿਉਂਕਿ ਸਿੱਖਾਂ ਨੇ ਆਖਿਆ ਸੀ ਗੁਰੂ ਅਮਰਦਾਸ ਮਹਾਰਾਜ ਗੁਰਿਆਈ ਕਿਹਨੂੰ ਮਿਲਣੀ ਹੈ। ਮਨ ਦੇ ਵਿੱਚ ਇੱਕ ਸ਼ੰਕਾ ਸੀ ਨਾ, ਇੱਕ ਤਰਕ ਜਿਹਾ ਆਉਂਦਾ ਸੀ। ਉਹ ਕਹਿੰਦੇ ਕਿ ਸਾਰੇ ਤਰਕ ਸਾਰੀਆਂ ਸ਼ੰਕਾ ਅੱਜ ਦੂਰ ਹੋ ਗਈਆਂ ਹਨ। ਕਰਤਾ ਉਚਿਤ ਭਲੇ ਇਹ ਜੋਵਾ। ਸਤਿਗੁਰੂ ਸਾਹਿਬ ਜੀਆਂ ਨੇ ਸਾਰਿਆਂ ਸਿੱਖਾਂ ਨੂੰ ਕਹਿ ਦਿੱਤਾ ਸਾਡੀ ਗੁਰਿਆਈ ਦੇ ਵਾਸਤੇ ਜਿਹੜਾ ਚੰਗਾ ਮਨੁੱਖ ਹੈ ਉਹ ਹੈ ਗੁਰੂ ਰਾਮਦਾਸ ਮਹਾਰਾਜ। ਵਾਪਣ ਦੇ ਪਛਾਣ ਕਰ ਲੀਨੇ। ਸੰਗਤ ਜੀ ਇਹ ਗੱਲਾਂ ਤੋਂ ਕਹਿੰਦੇ ਕਿ ਸਾਰਿਆਂ ਨੇ ਪਛਾਣ ਲਿਆ ਹੈ। ਆਪਾ ਰਤ ਅਰ ਆਪਾ ਹੀਨੇ। ਕਿ ਆਪਣੇ ਆਪ ਨੂੰ ਜਿਹੜਾ ਵੀ ਨਾਸ਼ ਕਰੇਗਾ ਨਾ, ਆਪਣੇ ਆਪ ਨੂੰ ਜਾਣੀ ਕਿ ਆਪਾ ਭਾਵ ਨੂੰ ਜਿਹੜਾ ਨਾਸ਼ ਕਰੇਗਾ, ਉਹੀ ਬੰਦਾ ਕਹਿੰਦੇ ਸਾਰਿਆਂ ਤੋਂ ਸ੍ਰੇਸ਼ਟ ਹੁੰਦਾ ਹੈ। ਜਾਣੀ ਕਿ ਹੰਕਾਰ ਦੇ ਸਹਿਤ ਕੋਈ ਵੀ ਚੀਜ਼ ਪਾਈ ਨਹੀਂ ਜਾ ਸਕਦੀ। ਹੰਕਾਰ ਦੂਰ ਹੋਵੇਗਾ ਫਿਰ ਗੁਰੂ ਨਾਨਕ ਦੀ ਗੱਦੀ ਦੀਆਂ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ। ਸਤਿਗੁਰ ਨਿਜ ਸਥਾਨ ਕਹੋ ਆਏ। ਸੰਗਤ ਜੀ ਇਹ ਬਚਨ ਕਹਿ ਕੇ ਗੁਰੂ ਅਮਰਦਾਸ ਮਹਾਰਾਜ ਜੀ ਵਾਪਸ ਆਪਣੇ ਅਸਥਾਨਾਂ ਉੱਤੇ ਆ ਗਏ ਹਨ। ਸਿੱਖ ਸੰਗ ਦੇ ਤਿਨਹੁ ਸੁਣਾਏ। ਜਿੰਨੇ ਵੀ ਸਿੱਖ ਸਨ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਰਾਮਦਾਸ ਹੈ ਪ੍ਰਥਮ ਹਾਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਿੱਖੋ ਰਾਮਦਾਸ ਸਾਰਿਆਂ ਤੋਂ ਚੰਗਾ ਮਨੁੱਖ ਹੈ, ਸਾਰਿਆਂ ਤੋਂ ਸੋਹਣਾ ਸੇਵਾਦਾਰ ਹੈ। ਇਸਕੇ ਸੰਗ ਤਰਜੇ ਨਰ ਜਾਣੇ। ਸਤਿਗੁਰੂ ਜੀ ਕਹਿੰਦੇ ਸਿੱਖੋ ਰਾਮਦਾਸ ਦਾ ਸੰਗ ਕਰਿਆ ਕਰੋ, ਰਾਮਦਾਸ ਦੀ ਸੰਗਤ ਕਰਿਆ ਕਰੋ, ਰਾਮਦਾਸ ਦੇ ਨਾਲ ਮਿਲ ਕੇ ਸੇਵਾ ਕਰਿਆ ਕਰੋ। ਇਹ ਪੂਰਨ ਸਿੱਖ ਹੈ, ਇਹ ਸਭ ਤੋਂ ਉੱਚਾ ਮਨੁੱਖ ਅਸੀਂ ਮੰਨਦੇ ਹਾਂ। ਬ੍ਰਿੰਦਨ ਕੋ ਕਰਤਾ ਕਲਿਆਣ। ਗੁਰੂ ਸਾਹਿਬ ਜੀ ਕਹਿੰਦੇ ਸਿੱਖੋ ਤੁਹਾਡਾ ਉਧਾਰ ਕਰੇਗਾ ਇਹ ਰਾਮਦਾਸ ਆਉਣ ਵਾਲੇ ਸਮੇਂ ਦੇ ਵਿੱਚ। ਬਸੀ ਕਰਿਓ ਮੁਝ ਸੇਵਾ ਠਾਨ। ਕਹਿੰਦੇ ਹਨ ਕਿ ਇਹ ਰਾਮਦਾਸ ਦੀ ਸੇਵਾ ਕਰਿਆ ਕਰੋ, ਰਾਮਦਾਸ ਦੀ ਸੰਗਤ ਕਰਿਆ ਕਰੋ। ਇਸ ਤੇ ਰਹੇ ਅਦੇ ਕੁਛ ਹੋਰੇ। ਗੁਰੂ ਸਾਹਿਬ ਜੀ ਕਹਿੰਦੇ ਕਿ ਇਸ ਤੋਂ ਉੱਚਾ ਕੋਈ ਵੀ ਨਹੀਂ ਹੈ। ਰਾਮਦਾਸ ਸਭ ਤੋਂ ਮਹਾਨ ਸਿੱਖ ਹੈ। ਅੱਜ ਇਹਨੇ ਆਪਣੀ ਸਿੱਖੀ ਦੀ ਪਰਖ ਨੂੰ ਪਾਸ ਕੀਤਾ ਹੈ। ਸਭਨ ਤੇ ਪਦ ਪ੍ਰਾਪਤ ਗਏ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਸਾਰਿਆਂ ਦੇ ਕੋਲੋਂ ਅੱਜ ਇਹਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਹ ਸਭ ਤੋਂ ਉੱਚਾ ਹੋ ਗਿਆ ਹੈ, ਸਭ ਤੋਂ ਇਹ ਸ੍ਰੇਸ਼ਟ ਅਸੀਂ ਇਸ ਨੂੰ ਮੰਨਦੇ ਹਾਂ। ਰਾਮਦਾਸ ਤੋਂ ਨੀਵਾਂ ਸਾਨੂੰ ਅੱਜ ਕੋਈ ਵੀ ਦਿਖਦਾ ਨਹੀਂ ਹੈ। ਰਾਮਦਾਸ ਸਾਰਿਆਂ ਤੋਂ ਸ੍ਰੇਸ਼ਟ ਹੈ। ਰਾਮਦਾਸ ਅੱਜ ਸਾਰਿਆਂ ਤੋਂ ਉੱਚਾ ਹੈ। ਸੰਗਤ ਜੀ ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੇ ਸਾਰਿਆਂ ਸਿੱਖਾਂ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਕੀਤੇ। ਨਾਲੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਗੁਰਿਆਈ ਦੀ ਜਿਹੜੀ ਗੱਦੀ ਦੀ ਪਰਖ ਸੀ ਉਹ ਪੂਰੀ ਕੀਤੀ ਹੈ। ਸੰਗਤ ਜੀ ਗੁਰੂ ਨਾਨਕ ਦੀ ਗੱਦੀ ਦੀਆਂ, ਗੁਰੂ ਨਾਨਕ ਦੇ ਸਿੱਖਾਂ ਦੀਆਂ ਪਰਖਾਂ ਪੈਂਦੀਆਂ ਹਨ। ਜਿਹੜਾ ਪਰਖਾਂ ਦੇ ਵਿੱਚ ਖਰਾ ਉਤਰਦਾ ਹੈ ਉਹ ਕਹਿੰਦੇ ਹਨ ਕਿ ਸਾਰਿਆਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ। ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਹਰੇਕ ਖੁਸ਼ੀਆਂ ਦਿੰਦੇ ਹਨ।
ਤੇ ਸੰਗਤ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਸਤੇ ਜਿਹੜੀ ਪਰਖ ਦੀ ਕਥਾ ਆਪ ਜੀਆਂ ਨੇ ਪਿਛਲੇ ਕੁਝ ਦਿਨਾਂ ਵਿੱਚ ਸਰਵਣ ਕੀਤੀ ਸੀ, ਉਹ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਸੰਪੂਰਨ ਹੋਈ ਆ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਿੱਖਾਂ ਦੇ ਵਿੱਚ ਪਰਖ ਪਾ ਕੇ ਸਾਰਿਆਂ ਨੂੰ ਸਮਝਾਤਾ ਆ ਕਿ ਸਾਡੇ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਗੁਰਿਆਈ ਦੇ ਤਿਲਕ ਉੱਤੇ ਵਿਰਾਜਮਾਨ ਹੋਣਗੇ। ਇੱਥੋਂ ਤੱਕ ਸੰਗਤ ਜੀ ਕਥਾ ਵਿਚਾਰ ਆਈ ਹੈ। ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮੁਆਫ ਕਰਨੀਆਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਣਹਾਰ ਹਨ, ਗੁਰੂ ਰਾਮਦਾਸ ਮਹਾਰਾਜ ਬਖਸ਼ਣਹਾਰ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਹਾਰ ਹਨ। ਆਪ ਸਭ ਰੱਬ ਵਰਗੀਆਂ ਸੰਗਤਾਂ ਬਖਸ਼ਣਹਾਰ ਹੋ, ਕਿਰਪਾ ਕਰਕੇ ਬਖਸ਼ ਲੈਣਾ। ਅਰਦਾਸ ਬੇਨਤੀ ਕਰਨੀ, ਕਥਾ ਵਿਚਾਰ ਕਰਨ ਦੀ ਜਾਂਚ ਆ ਜਾਵੇ। ਇਸੇ ਤਰੀਕੇ ਦੇ ਨਾਲ ਗੁਰਸਿੱਖੀ ਦੇ ਪ੍ਰਚਾਰ ਕਰਦਿਆਂ ਦਾਸ ਦੀ ਜੋ ਉਮਰ ਹੈ ਬਤੀਤ ਹੋਵੇ। ਦੇਹੋ ਸਜਣ ਅਸੀਸਰੀਆ ਜੋ ਹੋਵੇ ਸਾਹਿਬ ਸੁਮੇਲ, ਲੇਖੈ ਕਤੇ ਨ ਛੁਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਸ ਤੇ ਨਹਿ ਅਨੇਕ ਸ਼ਮੂਰੇ, ਸਭ ਹਿਨ ਤੇ ਪਦ ਪ੍ਰਾਪਤ ਗੌਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ